किसान वीरों सत श्री अकाल। मैं रमनदीप सिंह तोंगाली, तुसीं देख रहे हो यूट्यूब चैनल फार्मिंग ब्रेन। दोस्तों अज वीर प्रगट सिंह जी कोले पहुंचे हुए हैं फसलों की जानकारी तो फेसबुक ते यूट्यूब ते एक बहुत वधिया प्लेटफार्म ते वो काम कर रहे हैं। अज का मेन मुद्दा यह है भी झोने की हुण कटाई चल रही है, नरमे की चगाई चल रही है, इस तो बाद कणक का सीजन आ रहा है भी किहड़ा तरीका बेस्ट रहूगा कणक की बिजाई करन दा। अज इस वीडियो दे विच पूरी चर्चा करांगे। सत श्री अकाल भाई। सत श्री अकाल वीरे। बई नरमा तो खराब हो रहा है, हाँ जी। ਤੇ किसान ਵੀਰਾਂ ਨੂੰ ਪਹਿਲਾਂ ਤਾਂ ਇਹ ਦੱਸੋ ਵੀ ਨਰਮਾ ਵਿੱਚ ਵਾਹੁਣਾ ਚਾਹੀਦਾ ਜਾਂ ਨਹੀਂ। हाँ, नरमे ਦੀਆਂ ਛਟੀਆਂ ਬਿਲਕੁਲ ਡਿਫਿਊਜ਼ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਸੁੰਡੀ ਹੈਗੀ ਹੈ ਚਾਹੇ ਨਹੀਂ ਹੈਗੀ, ਕਾਫੀ ਜ਼ਿਆਦਾ ਏਰੀਆ ਦੇ ਵਿੱਚ ਗੁਲਾਬੀ ਸੁੰਡੀ ਨੇ ਫਸਲ ਖਰਾਬ ਕਰਤੀ। ਘਰੇ ਨਰਮਾ ਚੁੱਕ ਕੇ ਆ ਰਿਹਾ ਉਹਦੇ ਵਿੱਚ ਵੀ ਸੁੰਡੀਆਂ, ਖੇਤ ਜਿਹੜੇ ਨਹੀਂ ਟਿੰਡੇ ਖਿੜੇ ਹੈਗੇ ਉਹਨਾਂ ਦੇ ਵਿੱਚ ਵੀ ਸੁੰਡੀਆਂ। ਤੁਸੀਂ ਖੇਤ ਦੇ ਵਿੱਚ ਵਾਹ ਸਕਦੇ ਹੋ, ਪਰ ਖੇਤਾਂ ਦੇ ਵਿੱਚ ਛਟੀਆਂ ਡੰਪ ਕਰਕੇ ਨਾ ਰੱਖਿਓ। ਤੁਸੀਂ ਪੱਟ ਕੇ ਖੇਤ ਚਾਹ ਪਾਣੀ ਵਾਸਤੇ ਰੱਖ ਸਕਦੇ ਹੋ, ਜਾਂ ਢਾਣੀ ਵਾਲੇ ਖੇਤ ਹੁੰਦੇ ਆ ਉਹ ਰੱਖ ਸਕਦੇ ਆ, ਪਰ ਇਹ ਗਲਤੀ ਨਾ ਕਰਿਓ। ਕਿਉਂਕਿ ਇਹ ਜਿਹੜੀ ਛਟੀਆਂ ਨੂੰ ਡੰਪ ਕਰਨਾ, ਟਿੰਡੇ ਤੋੜ ਕੇ ਆਪਾਂ ਕਈ ਵਾਰੀ ਖੇਤ ਪਾ ਦਿੰਦੇ ਹੁੰਦੇ ਆ, ਉੱਥੋਂ ਕਰਕੀਨਾਂ ਜਿਹੜੀਆਂ ਹੈਗੀਆਂ ਉਹਦੇ ਲਾਰਵਾਂ ਨੂੰ ਚੱਕ ਕੇ ਲੈ ਜਾਂਦੀਆਂ ਹੈਗੀਆਂ, ਅੱਗੇ ਜਾ ਕੇ ਉਹਦੀ ਸਟੇਜ ਨੂੰ ਸਰਕੂਲੇਟ ਕਰਨ ਦੇ ਵਿੱਚ ਤੁਹਾਡੀ ਮਦਦ ਕਰਦੀਆਂ। ਤੇ ਅੱਗੇ ਜਾ ਕੇ ਜਦੋਂ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਦਾ ਮੌਸਮ ਸਟਾਰਟ ਹੋਣਾ ਤਾਂ ਫਿਰ ਇਹਨਾਂ ਦੀ ਸਟੇਜ ਰੈਗੂਲਰ ਹੋ ਜਾਣੀ ਹੈ, ਸਰਕੂਲਰ ਹੋ ਜਾਣੀ ਆ। ਪਹਿਲਾਂ ਇਹਨਾਂ ਨੂੰ ਨਰਮੇ ਦੀ ਜਿਹੜੀ ਅਗੇਤੀ ਬਜਾਂ ਦਾ ਉਸ ਤੇ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ। ਜੇਕਰ ਆਪਾਂ ਪਿੰਡ ਪੱਧਰੀ ਇਹ ਕੰਮ ਕਰ ਰਹੇ ਹਾਂ ਤਾਂ ਆਪਾਂ ਨੂੰ ਘੱਟੋ ਘੱਟ ਫਰਵਰੀ ਮਹੀਨੇ ਦੇ ਤੱਕ ਆਪਾਂ ਨੂੰ ਕੋਈ ਵੀ ਛਟੀ ਨਹੀਂ ਰੱਖਣੀ ਚਾਹੀਦੀ, ਸਾਰੀਆਂ ਹੀ ਡਿਫਿਊਜ਼ ਕਰ ਦੇਣੀਆਂ ਚਾਹੀਦੀਆਂ। ਚਾਹੇ ਤੁਸੀਂ ਇਹਨੂੰ ਜਲਾ ਦਿਓ, ਚਾਹੇ ਤੁਸੀਂ ਇਹਨੂੰ ਆਪਦੇ ਖੇਤ ਦੇ ਵਿੱਚ ਡਿਫਿਊਜ਼ ਕਰੋ। ਤੁਸੀਂ ਖੇਤ ਦੇ ਵਿੱਚ ਵਾਹ ਵੀ ਸਕਦੇ ਹੋ, ਸੁਪਰ ਸੀਡਰ ਦੇ ਨਾਲ ਕਣਕ ਬਿਜਾਈ ਹੋ ਸਕਦੀ ਹੈ। ਪਰ ਜਿਨ੍ਹਾਂ ਵੀਰਾਂ ਦਾ ਸਾਂਝਾ ਪਰਿਵਾਰ ਹੁੰਦਾ, ਵੱਡਾ ਪਰਿਵਾਰ ਹੁੰਦਾ, ਜਾਂ ਲੇਬਰ ਵਾਲੇ ਪਰਿਵਾਰ, ਜਾਂ ਪੱਠਿਆਂ ਦੇ ਉੱਤੇ ਕੁਝ ਲੇਬਰ ਬੈਠਦੀ ਹੈ ਜਿਹੜੀ ਕਿ ਇਹਨਾਂ ਨੂੰ ਇੱਕ ਬਾਲਣ ਦੇ ਤੌਰ ਤੇ ਵਰਤਦੀ ਹੈ ਤੇ ਲੰਬਾ ਸਮਾਂ ਸਟੋਰ ਕਰਕੇ ਰੱਖਦੇ ਆ, ਉਹਨਾਂ ਨੂੰ ਇਹ ਬੇਨਤੀ ਹੈ ਕਿ ਪਲੀਜ਼ ਤੁਸੀਂ ਇਹਦੀ ਜਿਹੜੀ ਸਟੇਜ ਆ ਗੁਲਾਬੀ ਸੁੰਡੀ ਦੀ ਉਹਨੂੰ ਸ਼ਰਿੰਕ ਹੋਣ ਵਿੱਚ, ਘਟਣ ਦੇ ਵਿੱਚ ਮਦਦ ਕਰੋ। ਕਿਉਂਕਿ ਜੇਕਰ 100 ਦੇ ਵਿੱਚੋਂ 20 ਲਾਰਵਾ ਵੀ ਆਪਣੇ ਅੱਗੇ ਜਾ ਕੇ ਐਕਟਿਵ ਹੁੰਦੇ ਆ ਤੇ ਅੱਗੇ ਜਾ ਕੇ ਉਹਨਾਂ ਨੇ 3-4 ਪੀੜ੍ਹੀਆਂ ਫੇਰ ਹੰਡਾਉਣੀਆਂ, ਅਗੇਤੇ ਨਰਮੇ ਤੇ ਵੀ ਮਾਰ ਪੈਣੀ ਆ, ਹੋਰ ਫਸਲਾਂ ਤੇ ਵੀ ਮਾਰ ਪੈਣੀ ਆ। ਸੋ ਇਸ ਦੇ ਵਿੱਚ ਛਟੀਆਂ ਵਾਹ ਕੇ ਤੁਸੀਂ ਕਣਕ ਬੀਜਣੀ ਆ, ਚੰਗਾ ਵਧੀਆ ਉਪਰਾਲਾ ਤੁਸੀਂ ਬੀਜ ਸਕਦੇ ਹੋ। ਤੇ ਬਈ ਹੁਣ ਕਾਫੀ ਸਾਰੇ ਨਾ ਕਣਕ ਦੇ ਬੀਜਾਂ ਤੇ ਵੀ ਲੋਕ ਸਬਸਿਡੀ, ਕਾਫੀ ਸਾਰੇ ਕਣਕ ਦੇ ਬੀਜਾਂ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ ਗਵਰਨਮੈਂਟ ਦੇ ਵੱਲੋਂ। ਹਾਂਜੀ। ਤੇ ਨਰਮੇ ਦੀ ਫਸਲ 'ਚ ਕਿਹੜਾ ਬੀਜ ਆ ਜਿਹੜਾ ਉਹ ਵਧੀਆ ਝਾੜ ਦੇਊਗਾ ਤੇ ਕਦੋਂ ਤੱਕ ਬਿਜਾਈ ਆਪਾਂ ਨੂੰ ਕਰ ਦੇਣੀ ਚਾਹੀਦੀ ਹੈ? ਠੀਕ ਹੈ ਜੀ। ਇਹ ਦੇਖੋ ਇਸ ਤਰ੍ਹਾਂ ਹੈਗਾ ਵੀ ਦੇਖੋ, ਜੇਕਰ ਨਰਮੇ ਤੋਂ ਬਾਅਦ ਕਣਕ ਦੀ ਫਸਲ ਆਪਾਂ ਲੈਣ ਦੀ ਸੋਚ ਰਹੇ ਹਾਂ ਤਾਂ ਜਦੋਂ ਨਰਮੇ ਦੀ ਵਾਢੀ ਹੋਣੀ ਹੈ ਤੇ ਕਣਕ ਦੀ ਬਿਜਾਈ ਹੋਣੀ ਹੈ, ਲਗਭਗ ਉਹਨਾਂ ਦੇ ਵਿੱਚ 8-10 ਦਿਨਾਂ ਦਾ ਹੀ ਫਰਕ ਹੁੰਦਾ। ਤੇ ਆਪਾਂ ਉਹ ਟਾਈਮ ਨੂੰ ਹੀ ਦੇਖਣਾ ਹੈਗਾ। ਜੇ ਤਾਂ ਸਟਾਰਟਿੰਗ ਨਵੰਬਰ ਦੇ ਵਿੱਚ ਹੋ ਰਹੀ ਹੈ, ਜਿਹਦਾ ਨਰਮਾ ਪਾਣੀ ਕਰਕੇ ਖਰਾਬ ਹੋ ਗਿਆ, ਜਾਂ ਲੇਬਰ ਨਹੀਂ ਮਿਲੀ, ਜਾਂ ਖਿੜਿਆ ਹੀ ਬਿਲਕੁਲ ਨਹੀਂ, ਜਾਂ ਪੂਰਾ ਹੀ ਸੁੰਡੀ ਨੇ ਤਬਾਹ ਕਰਤਾ, ਤੇ ਆਪਾਂ ਨਰਮੇ ਦੀ ਵਾਲੇ ਖੇਤ ਦੇ ਵਿੱਚ ਕਣਕ ਦੀ ਬਿਜਾਈ ਜਿਹੜੀ ਉਹ 15 ਨਵੰਬਰ ਤੋਂ ਪਹਿਲਾਂ ਕਰਦੇ ਹਾਂ, ਤਾਂ ਰਵਾਇਤੀ ਵੈਰਾਈਟੀਆਂ 3086 ਹੋ ਗਈ, ਸ਼੍ਰੀ ਰਾਮ ਦੀਆਂ ਵੈਰਾਈਟੀਆਂ ਹੋ ਗਈਆਂ, ਜਾਂ 187 ਹੋ ਗਈ, DBW ਸੀਰੀਜ਼ ਹੋ ਗਈ, ਕੋਈ ਵੀ ਵੈਰਾਈਟੀ ਲਾ ਸਕਦੇ ਹੋ। ਬਸ ਛੋਟੇ ਸਮੇਂ ਵਾਲੀਆਂ ਵੈਰਾਈਟੀਆਂ ਜਿਹੜੀਆਂ ਤੁਸੀਂ ਉਹ 15 ਨਵੰਬਰ ਤੋਂ ਬਾਅਦ ਯੂਜ਼ ਕਰਨੀਆਂ ਹੁੰਦੀਆਂ, ਜਿਹਦੇ ਵਿੱਚ PAU 757 ਨੰਬਰ ਵੈਰਾਈਟੀ ਹੋ ਗਈ, ਜਾਂ 2851 HD ਦਿੱਲੀ ਤੋਂ ਵੈਰਾਈਟੀ ਆਈ ਹੈ ਜਿਹੜੀ ਕਾਫੀ ਸਮੇਂ ਤੋਂ ਪਹਿਲਾਂ ਤੋਂ ਚੱਲ ਰਹੀ ਹੈ। ਫਾਰਮਰ ਉਹਨੂੰ ਮਿਕਸ ਕਰਕੇ ਵੀ ਲਾਉਂਦੇ ਆ, ਨੋਰਮਲ ਤਰੀਕੇ ਨਾਲ ਵੀ ਲਾਉਂਦੇ ਆ। ਪਰ ਜਿਹੜੀਆਂ ਲੇਟ ਬਜਾਂਦਾ ਹੈਗੀਆਂ ਉਹ ਜਿਵੇਂ ਜਿਵੇਂ ਲੇਟ ਹੁੰਦਾ ਜਾਂਦਾ, ਜਰਮੀਨੇਸ਼ਨ ਟਾਈਮ ਪੀਰੀਅਡ ਆ ਜਿਹੜਾ ਉਹ ਵੱਧਦਾ ਜਾਂਦਾ, ਆਪਾਂ ਨੂੰ ਥੋੜਾ ਜਿਹਾ ਬੀਜ ਵਧਾਉਣ ਦੀ ਲੋੜ ਹੁੰਦੀ ਹੈ। ਹਮੇਸ਼ਾ ਹੀ ਮੈਂ ਕਿਸਾਨਾਂ ਨੂੰ ਕਹਿੰਦਾ ਰਹਿਣਾ ਕਿ ਜਿਹੜੀਆਂ ਵੀ ਬਿਜਾਈਆਂ ਤੁਹਾਡੀਆਂ 20 ਨਵੰਬਰ ਤੋਂ ਬਾਅਦ ਹੋਣੀਆਂ, ਈਵਨ ਕਿ ਕਈ ਵਾਰ ਦਸੰਬਰ 'ਚ ਵੀ ਹੁੰਦੀਆਂ ਬਿਜਾਈਆਂ ਜਿਨ੍ਹਾਂ ਦੇ ਵਿੱਚ ਨਰਮੇ ਲੇਟ ਖੜਾ ਕਰਦੇ ਆ, ਜਾਂ ਨਰਮੇ ਦਾ ਖੇਤ ਖਾਲੀ ਨਹੀਂ ਹੁੰਦਾ, ਤਾਂ ਉੱਥੇ ਤੁਸੀਂ ਸਰੋਂ ਜਾਂ ਜੌਂ ਨਹੀਂ ਲਾ ਰਹੇ, ਤਾਂ ਉੱਥੇ ਤੁਸੀਂ ਕਣਕ ਨੂੰ ਹੀ ਪਹਿਲ ਦੇ ਰਹੇ ਹੋ, ਤਾਂ ਲੇਟ ਬਿਜਾਈਆਂ ਦੇ ਵਿੱਚ ਤੁਹਾਨੂੰ ਬੀਜ ਦੀ ਮਾਤਰਾ ਵਧਾ ਲੈਣੀ ਚਾਹੀਦੀ ਹੈ। ਜਾਂ 2 ਤੋਂ ਵੱਧ ਵੈਰਾਈਟੀਆਂ, ਛੋਟੇ ਸਮੇਂ ਦੀਆਂ ਵੈਰਾਈਟੀਆਂ ਜਿਨ੍ਹਾਂ ਦਾ ਕੱਦ ਵੱਖੋ ਵੱਖਰਾ ਹੋਵੇ, ਪਕਾ ਇਕੱਠੇ ਸਮੇਂ ਤੇ ਹੁੰਦਾ ਹੋਵੇ, ਤਾਂ ਉਹਨਾਂ ਵੈਰਾਈਟੀਆਂ ਨੂੰ ਤੁਸੀਂ ਮਿਕਸ ਕਰਕੇ ਵੀ ਲਾ ਸਕਦੇ ਹੋ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਵੀਰ ਹੈ ਉਹ ਆਰਗੈਨਿਕ ਖੇਤੀ ਵੱਲੀ ਵੀ ਜਾ ਰਹੇ ਹੈਗੇ। ਕੁਝ ਵੀਰ ਹੈ ਜਿਹੜੇ DAP ਦੀ ਥਾਂ ਤੇ ਸਰੋਂ ਦੀ ਖਲ ਦੀ ਵਰਤੋਂ ਕਰ ਰਹੇ ਆ, ਉਹ ਤਰੀਕਾ ਜਿਹੜਾ ਕਿੰਨਾ ਕੁ ਕਾਰਗਰ ਹੈ? DAP ਥਾਂ ਤੇ ਸਰੋਂ ਦੀ ਖਾਲ ਵਰਤੀ ਜਾ ਸਕਦੀ ਹੈ, ਨਿਮੋਲੀਆਂ ਦੀ ਖਾਲ ਵਰਤੀ ਜਾ ਸਕਦੀ, ਉਹ ਆਪਣੇ ਮਿਲਦੀ ਨਹੀਂ, ਬਹੁਤ ਘੱਟ ਮਿਲਦੀ ਹੈ। ਜਾਂ ਇਸ ਤੋਂ ਇਲਾਵਾ ਤੁਸੀਂ ਵਰਮੀ ਕੰਪੋਸਟ ਗੰਡੋਇਆਂ ਦੀ ਖਾਦ ਵਰਤ ਸਕਦੇ ਹੋ, ਰੂੜੀ ਖਾਦ ਵਰਤ ਸਕਦੇ ਹੋ, ਪੋਲਟਰੀ ਫਾਰਮ ਦੀ ਖਾਦ ਕੋਈ ਵੀ ਹੋਵੇ ਜਿਹਨੂੰ ਆਪਾਂ ਵੇਸਟੇਜ ਕਹਿ ਦਿੰਦੇ ਆ, ਉਹ ਸੜੀ ਗਲੀ ਹੋਣੀ ਚਾਹੀਦੀ ਹੈ ਜੀ। ਤੇ DAP ਜੇ ਆਪਾਂ ਨਹੀਂ ਖੇਤ ਦੇ ਵਿੱਚ ਪਾਉਣੀ ਹੈਗੀ ਤਾਂ ਇੱਥੇ ਵੀ ਤੁਸੀਂ ਕਈ ਵਾਰੀ ਆਪਾਂ ਆਪਣੇ ਜਹਿਣ ਦੇ ਵਿੱਚ ਕੋਈ ਗਲਤ
ਹਵਾਲਾ ਦੇ ਨਾਲ ਆਪਾਂ ਫਸਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਆਰਗੈਨਿਕ ਖੇਤੀ ਵੱਲ ਜਾ ਰਹੇ ਹਾਂ। ਯੂਰੀਆ ਉਹਨਾਂ ਨੇ ਪਾਉਣਾ ਹੁੰਦਾ, ਡੀਏਪੀ ਨੂੰ ਉਹ ਜ਼ਹਿਰ ਮੰਨੀ ਬੈਠੇ ਹੁੰਦੇ ਆ, ਜਾਂ ਪੋਟਾਸ਼ ਉਹਨਾਂ ਨੇ ਪਾਉਣੀ ਹੁੰਦੀ ਹੈ, ਯੂਰੀਆ ਡੀਏਪੀ ਉਹ ਪਾਉਂਦੇ ਨਹੀਂ ਹੈਗੇ। ਇਸ ਤਰੀਕੇ ਦੇ ਨਾਲ ਅੱਗੇ ਜਾ ਕੇ ਫਿਰ ਉਹਨਾਂ ਨੇ ਜਦੋਂ ਨਦੀਨ ਕੰਟਰੋਲ ਕਰਨੇ ਆ, ਫਿਰ ਨਦੀਨ ਕੰਟਰੋਲ ਕਰਨੀਆਂ, ਸਪਰੇਹਾਂ ਕਰਨੀਆਂ, ਡੀਏਪੀ ਪਾਈ ਨਹੀਂ ਹੁੰਦੀ। ਇਸ ਤਰੀਕੇ ਦੀ ਕੋਈ ਵੀ ਕਣਕ ਆਰਗੈਨਿਕ ਕਣਕ ਨਹੀਂ ਹੁੰਦੀ। ਜੇਕਰ ਤੁਸੀਂ ਉਦੋਂ ਅਗਲੀ ਫਸਲ ਝੋਨਾ ਲੈਣਾ ਜਾਂ ਕਣਕ ਲੈਣੀ ਆ ਜਾਂ ਕੋਈ ਨਰਮਾ ਲੈਣਾ ਤਾਂ ਉਹਦੇ ਵਿੱਚ ਖਾਦਾਂ ਵਰਤੀਆਂ ਜਾਣੀਆਂ, ਤਾਂ ਇਹੋ ਜਿਹੇ ਖੇਤ ਦੇ ਵਿੱਚ ਆਰਗੈਨਿਕ ਕਣਕ ਦੀ ਖੇਤੀ ਨੂੰ ਤੁਸੀਂ ਪਹਿਲ ਨਾ ਹੀ ਦੇਵੋ। ਜੇਕਰ ਤੁਹਾਡੇ ਕੋਲੇ ਚੰਗਾ ਵਧੀਆ ਰਕਬਾ ਹੈਗਾ ਜਿਹਦੇ ਵਿੱਚ ਕਿਸੇ ਵੀ ਹੋਰ ਖੇਤ ਤੋਂ ਪਾਣੀ ਨਹੀਂ ਆਉਂਦਾ ਹੈਗਾ, ਹਰਬੀਸਾਈਡ ਦੇ ਰੈਸੀਡਿਊ ਨਹੀਂ ਆਉਂਦੇ ਹੈਗੇ, ਜਾਂ ਜਿਹੜੇ ਵੀ ਕੈਮੀਕਲ ਵਾਲੇ ਖੇਤ ਹੈਗੇ ਉਹਨਾਂ ਤੋਂ ਰੈਸੀਡਿਊ ਨਹੀਂ ਆਉਂਦੇ, ਉਹਨਾਂ ਦਾ ਪਾਣੀ, ਉਹਨਾਂ ਦੀ ਖਾਦ ਘੁਲ ਕੇ ਤੁਹਾਡੇ ਖੇਤਾਂ 'ਚ ਨਹੀਂ ਆਉਂਦੀ ਹੈਗੀ, ਤਾਂ ਤੁਸੀਂ ਇੱਕ ਅਲੱਗ ਖੇਤ ਵਰਤ ਸਕਦੇ ਹੋ। ਉਹਨੂੰ ਲਗਾਤਾਰ ਹੀ ਤੁਹਾਨੂੰ ਗਰਮੀ ਦੀ ਫਸਲ ਵੀ, ਸਰਦੀਆਂ ਦੀ ਫਸਲ ਵੀ ਬਿਨਾਂ ਖਾਦਾਂ ਤੋਂ ਹੀ ਕਰਨੀ ਪਊਗੀ। ਆਰਗੈਨਿਕ ਕੁਦਰਤੀ ਖਾਦਾਂ ਜਿਵੇਂ ਰੂੜੀ ਹੋ ਗਈ, ਪੋਲਟਰੀ ਖਾਦ ਹੋ ਗਈ, ਗੰਡੋਇਆਂ ਦੀ ਖਾਦ ਹੋ ਗਈ, ਜਾਂ ਤੁਸੀਂ ਘਰੇ ਡੀਕੰਪੋਜ਼ਰ ਤੋਂ ਖਾਦ ਤਿਆਰ ਕਰਕੇ ਵਰਤਦੇ ਹੋ, ਉਹ ਵਰਤ ਸਕਦੇ ਹੋ। ਜਾਂ ਸਰੋਂ ਦੀ ਖਾਲ, ਕੋਈ ਵੀ ਖਾਲ, ਰਿੰਡਾਂ ਦੀ ਖਾਲ, ਨਿੰਮ ਦੀਆਂ ਨਮੋਲੀਆਂ ਦੀ ਖਾਲ, ਕੋਈ ਵੀ ਖਾਲ ਵਰਤੀ ਜਾ ਸਕਦੀ ਹੈ, ਜਿਹਦੇ ਨਾਲ ਕਿ ਤੁਹਾਡੇ ਫਸਲ ਦੀ ਗਰੋਥ ਵਧੀਆ ਹੋਵੇਗੀ, ਬਿਮਾਰੀ ਘੱਟ ਆਵੇਗੀ, ਜੁੱਸਾ ਵਧੀਆ ਬਣੇਗਾ, ਝਾੜ ਜਿਹੜਾ ਆਮ ਨਾਲੋਂ ਘੱਟ ਰਹਿਣਾ ਹੀ ਆ, ਪਰ ਝਾੜ ਦੀ ਕੁਆਲਿਟੀ ਵਧੀਆ ਹੋਵੇਗੀ। ਪਰ ਜਿਹੜੇ ਕਿਸਾਨ ਇਸ ਤਰ੍ਹਾਂ ਦੇ ਭੁਲੇਖੇ ਵਿੱਚ ਹੁੰਦੇ ਆ ਕਿ ਆਪਾਂ ਯੂਰੀਆ ਨੂੰ ਜ਼ਹਿਰ ਮੰਨ ਲਿਆ ਜਾਂ ਕਿ ਸਿਰਫ ਡੀਏਪੀ ਨੂੰ ਜ਼ਹਿਰ ਮੰਨ ਲਿਆ, NPK ਜਿਹੜਾ ਹੈਗਾ ਕੁਛ ਸਮੇਂ ਤੱਕ ਹੀ ਆਪਾਂ ਨੇ ਦੇਣਾ ਹੁੰਦਾ। ਅਸਲ ਜ਼ਹਿਰ ਹਰਬੀਸਾਈਡ ਹੁੰਦੇ ਆ, ਅਸਲ ਜ਼ਹਿਰ ਫੰਗੀਸਾਈਡ, ਬੈਕਟੀਰੀਸਾਈਡ, ਐਂਟੀਬਾਇਓਟਿਕ। ਇਹ ਜ਼ਹਿਰ ਜਦੋਂ ਆਪਾਂ ਲੰਮੇ ਸਮੇਂ ਵਿੱਚ ਜ਼ਿਆਦਾ ਮਾਤਰਾ 'ਚ ਵਰਤੇ ਰਹਿੰਦੇ ਆ, ਇਹਨਾਂ ਜ਼ਹਿਰਾਂ ਨੂੰ ਘਟਾਉਣ ਦੀ ਲੋੜ ਹੁੰਦੀ ਆ। ਆਪਣਾ ਖੇਤ ਦਿਨ ਬਾਏ ਦਿਨ ਹੀ ਵਧੀਆ ਬਣਨਾ ਸ਼ੁਰੂ ਹੋ ਜਾਂਦਾ ਜੀ। ਨਾ ਬਾਈ ਤੁਸੀਂ ਐਂ ਵੀ ਜ਼ਰੂਰ ਦੱਸਿਓ, ਕਾਫੀ ਸਾਰੇ ਕਿਸਾਨ ਵੀਰਾਂ 'ਚ ਇਹ ਅਫਵਾਹ ਵੀ ਚੱਲ ਰਹੀ ਹੈ ਵੀ ਅੱਜ ਆਪਾਂ ਜਿਹੜੇ ਖੇਤ 'ਚ ਨਰਮੇ ਦੀ ਬਿਜਾਈ ਕਰੀ ਹੋਈ ਹੈ ਉੱਥੇ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੈ, ਜੇ ਆਪਾਂ ਅਗਲੇ ਸਾਲ ਉਸੇ ਖੇਤ 'ਚ ਨਰਮਾ ਲਾਵਾਂਗੇ ਤਾਂ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਣਾਗਾ। ਇਹ ਗੱਲ ਕਿੰਨੀ ਕੁ ਸੱਚ ਹੈ? ਦੇਖੋ, ਭਾਵੇਂ ਝੋਨੇ ਵਾਲੇ ਖੇਤ 'ਚ ਲਾਓ, ਭਾਵੇਂ ਨਰਮੇ ਵਾਲੇ ਖੇਤ 'ਚ ਨਰਮਾ ਲਾਓ, ਝੋਨੇ ਤੇ ਤੋਂ ਬਾਅਦ ਨਰਮਾ ਜਿਹੜਾ ਲੱਗਣਾ ਉਹ ਵੈਸੇ ਜੁੱਸਾ ਵਧੀਆ ਬਣਾ ਜਾਂਦਾ ਤੇ ਅਰਲੀ ਗਰੋਥ ਵਧੀਆ ਹੋ ਜਾਂਦੀ ਹੈ। ਜਦੋਂ ਵੀ ਤੁਹਾਡੇ ਨਰਮੇ ਦੇ ਉੱਤੇ ਫੁੱਲਾਂ ਦੀ ਸਟੇਜ ਆਉਣੀ ਹੈ ਤਾਂ ਤੁਹਾਡੇ ਏਰੀਏ ਦੇ ਹਿਸਾਬ ਦੇ ਨਾਲ ਜਿੰਨੇ ਕੁ ਪਤੰਗੇ ਉੱਥੇ ਐਕਟਿਵ ਆ ਉਹਨਾਂ ਨੇ ਉੱਤੇ ਆਂਡੇ ਦੇਣੇ ਆ। ਜਿਹੜਾ ਗੁਲਾਬੀ ਸੁੰਡੀ ਦਾ ਪਤੰਗਾ ਹੈਗਾ ਨਰਮੇ ਦੇ ਪੱਤੇ ਤੋਂ ਖੁਸ਼ਬੂ ਲੈਣ ਤੋਂ ਬਾਅਦ ਆਂਡਾ ਦਿੰਦਾ, ਜਾਂ ਤਾਂ ਉਹ ਡੋਡੀਆਂ ਤੇ ਆਂਡਾ ਦਿੰਦਾ ਜਾਂ ਉਹ ਫੁੱਲ ਦੇ ਵਿੱਚ ਆਂਡਾ ਦੇ ਕੇ ਜਾਂਦਾ। ਆਂਡਿਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ। ਜਦੋਂ ਵੀ ਭਮੱਕੜਾਂ ਨੇ ਮੀਟਿੰਗ ਕਰ ਲਈ, ਆਂਡੇ ਦੇਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਮਰ ਜਾਣਾ ਹੁੰਦਾ। ਉਦੋਂ ਬਾਅਦ ਜਿਹੜੀ ਉਹ ਆਂਡੇ ਦਿੱਤੇ ਆ ਉਹਨਾਂ ਚੋਂ ਬੱਚੇ ਨਿਕਲਣੇ ਆ, ਫਿਰ ਪਿਊਪਾ ਬਣਨਾ, ਫਿਰ ਭਮੱਕੜ ਬਣਨਾ, ਅਗਲੀਆਂ ਸਟੇਜਾਂ ਫਿਰ ਸਰਕੂਲੇਟ ਹੋਣਗੀਆਂ। ਭਾਵੇਂ ਤੁਹਾਡੇ ਏਰੀਏ 'ਚ ਸੁੰਡੀ ਆਈ ਹੈ, ਭਾਵੇਂ ਨਹੀਂ ਆਈ। ਇਸ ਵਾਰ ਪੰਜਾਬ ਦੇ ਬਾਰਡਰ ਏਰੀਆ ਜਿਹੜਾ ਹਰਿਆਣੇ ਤੇ ਰਾਜਸਥਾਨ ਦੇ ਨਾਲ ਪੈਂਦਾ, ਉੱਥੇ ਕਾਫੀ ਜ਼ਿਆਦਾ ਏਰੀਆ ਡੈਮੇਜ ਹੋ ਗਿਆ ਤੇ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਵੀ ਇਹੀ ਖਦਸ਼ਾ ਕਿ ਆਪਾਂ ਸੰਪੂਰਨ ਤੌਰ ਤੇ ਇਹਦਾ ਕੰਟਰੋਲ ਕਰਨ ਦੇ ਲਈ ਇਹਦੀਆਂ ਛਟੀਆਂ ਨੂੰ ਡਿਫਿਊਜ਼ ਕਰਨਾ ਪਊ, ਖਤਮ ਕਰਨਾ ਪਊਗਾ। ਛਟੀਆਂ ਖਤਮ ਨਹੀਂ ਕਰ ਸਕਦੇ, ਆਪਾਂ ਨੂੰ ਵੀ ਪਤਾ, ਆਪਾਂ ਕਿਸੇ ਦੇ ਘਰ ਜਾ ਕੇ ਨਹੀਂ ਕੰਟਰੋਲ ਕਰ ਸਕਦੇ, ਆਪਾਂ ਆਪਣੇ ਖੇਤ ਤੱਕ ਸੀਮਿਤ ਹੁੰਨੇ ਆ। ਆਪਾਂ ਜਿੱਥੋਂ ਤੱਕ ਛਟੀਆਂ ਨੂੰ ਵਿੱਚ ਵਾਹ ਸਕਦੇ ਆ ਵਾਹੋ, ਜਿੱਥੋਂ ਆਪਾਂ ਛਟੀਆਂ ਖੇਤਾਂ ਦੇ ਵਿੱਚ ਨਾ ਰੱਖਣ ਦੀ ਕੋਸ਼ਿਸ਼ ਕਰੋ। ਜਿਹੜੀਆਂ ਘਰੇ ਲਿਆਂਦੀਆਂ ਹੈਗੀਆਂ ਉਹਨਾਂ ਨੂੰ ਘੱਟੋ ਘੱਟ ਜਨਵਰੀ ਫਰਵਰੀ ਦੇ ਵਿੱਚ ਹੀ ਸਾਰੀਆਂ ਖਤਮ ਕਰ ਦਿਓ, ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਸਰਕੂਲੇਟ ਨਾ ਹੋ ਸਕੇ। ਜਿਹੜਾ ਖਤਰਾ ਬਣਿਆ ਹੋਇਆ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਇਹਦਾ ਹਮਲਾ ਹੋਣਾ ਹੀ ਹੋਣਾ ਹੈਗਾ, ਇਸ ਤੋਂ ਕੋਈ ਆਪਾਂ ਦੋ ਰਾਏ ਨਹੀਂ ਕਹਿ ਸਕਦੇ, ਹੋਊਗਾ, ਹਮਲਾ ਹੋਊਗਾ। ਉਹਨੂੰ ਸਮੇਂ-ਸਮੇਂ ਸਿਰ ਕੰਟਰੋਲ ਕਿਵੇਂ ਕਰਨਾ, ਉਹਨੂੰ ਸਮੇਂ-ਸਮੇਂ ਸਿਰ ਘੱਟ ਕਿਵੇਂ ਕਰਨਾ, ਕਿਉਂਕਿ ਆਪਾਂ ਸਪਰੇਹਾਂ ਦੇ ਨਾਲ ਇਹ ਮਸਲਾ ਆਉਣ ਤੋਂ ਬਾਅਦ ਹੱਲ ਨਹੀਂ ਕਰ ਸਕਦੇ। ਪੂਰੇ ਨਰਮੇ ਦੇ ਬੂਟੇ ਵਿੱਚ ਸਿਰਫ ਆਪਣੇ ਕੰਮ ਦਾ ਟੀਂਡਾ ਹੀ ਹੁੰਦਾ, ਉਹਦੇ ਪੱਤੇ ਆਪਣੇ ਕਿਸੇ ਕੰਮ ਦੇ ਨਹੀਂ ਹੈਗੇ, ਉਹ ਕਿਸੇ ਕੰਮ ਨਹੀਂ ਆਉਂਦੇ ਹੈਗੇ, ਉਹਦੇ ਫੁੱਲ ਆਪਣੇ ਕਿਸੇ ਕੰਮ ਦੇ ਨਹੀਂ ਹੈਗੇ। ਪਰ ਜਦੋਂ ਉਹ ਟੀਂਡੇ ਨੂੰ ਇਨਫੈਕਟ ਕਰ ਜਾਂਦੀ ਹੈ ਸੁੰਡੀ, ਤਾਂ ਉਦੋਂ ਬਾਅਦ ਜੇ ਆਪਾਂ ਸਪਰੇਹਾਂ ਕਰਨ ਦਾ ਫੈਸਲਾ ਲੈਂਦੇ ਹਾਂ ਤਾਂ ਨਹੀਂ ਹੋ ਪਾਊਗਾ। ਸੋ ਜੇਕਰ ਸੁੰਡੀ ਨੂੰ ਮਾਰਨ ਵਾਲਾ ਜੀਨ ਹੀ ਇਸ ਬੜੇਵਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਏ, ਜਾਂ ਇਹ ਟੈਕਨੋਲੋਜੀ ਇਹਦੇ ਬੀਟੀ ਦੇ ਵਿੱਚ ਆਉਣੀ ਸ਼ੁਰੂ ਹੋ ਜਾਏ, ਤਾਂ ਉਸ ਤੇ ਟਾਈਮ ਲੱਗ ਸਕਦਾ। ਉਸ ਨੂੰ ਕੰਪਨੀਆਂ ਕਿਸ ਤਰੀਕੇ ਨਾਲ ਹੈਂਡਲ ਕਰਦੀਆਂ ਜਾਂ ਗਵਰਨਮੈਂਟ ਉਸ ਤੇ ਕਿੰਨਾ ਕੁ ਸਟ੍ਰਿਕਟਲੀ ਹੈ, ਇਹ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਜਿਹੜੇ ਡੈਮੋ ਮਿਲਣਗੇ ਉਹਨਾਂ ਦੇ ਆਧਾਰ ਤੇ ਆਪਾਂ ਕੁਝ ਗੱਲ ਕਹਿ ਸਕਦੇ ਹਾਂ। ਪਰ ਆਪਾਂ ਨੂੰ ਟਰੈਪ ਦੀ ਮਦਦ ਲੈਣੀ ਪਊਗੀ, ਇਹਦੇ ਭਮੱਕੜਾਂ ਨੂੰ ਖਤਮ ਕਰਨਾ ਪਊਗਾ। ਭਮੱਕੜਾਂ ਨੂੰ ਆਂਡੇ ਦੇਣ ਤੋਂ ਬਾਅਦ ਜਿਹੜਾ, ਜਾਂ ਆਪਾਂ ਨੂੰ ਮਾਹੌਲ ਹੀ ਇਸ ਤਰ੍ਹਾਂ ਦਾ ਬਣਾਉਣਾ ਪਊਗਾ ਅਗਲੀ ਫਸਲ ਦੇ ਉੱਤੇ ਕਿ ਨਰਮੇ ਦੇ ਉੱਪਰ ਆਪਾਂ ਨੂੰ ਕੋਈ ਵੀ ਬੈਡ ਸਮੈਲ ਮਟੀਰੀਅਲ, ਭਾਵੇਂ ਨਿੰਮ ਦੀ ਸਪਰੇਅ ਹੋਵੇ, ਭਾਵੇਂ ਕਿਸੇ ਹੋਰ ਪੱਤਿਆਂ ਦੀ ਸਪਰੇਅ, ਭਾਵੇਂ ਸ਼ੈਂਪੂ ਦੀ ਸਪਰੇਅ ਜਾਂ ਈਜੀ ਦੀ ਸਪਰੇਅ, ਸਰਫ ਦੀ ਸਪਰੇਅ, ਜਿਹਦੇ ਨਾਲ ਪੱਤਿਆਂ ਦੇ ਉੱਪਰਲਾ ਖੁਸ਼ਬੂ ਚੇਂਜ ਹੋ ਜਾਵੇ। ਇਹਦਾ ਭਮੱਕੜ ਕਿਸੇ ਵੀ ਹੋਰ ਦਰਖਤ ਤੇ, ਕਿਸੇ ਵੀ ਹੋਰ ਫਸਲ ਤੇ ਨਹੀਂ ਦਿੰਦਾ ਹੈਗਾ ਆਪਦੇ ਅੰਡੇ। ਸਿਰਫ ਨਰਮੇ ਦੇ ਪੱਤੇ ਦੀ ਖੁਸ਼ਬੂ ਲੈਣ ਤੋਂ ਬਾਅਦ ਹੀ ਇਹਦੇ ਭਮੱਕੜ ਆਂਡੇ ਦੇਣੇ ਸ਼ੁਰੂ ਕਰਦੇ ਆ। ਜੇਕਰ ਆਪਾਂ ਉਹ ਗੈਪ ਮੇਨਟੇਨ ਕਰ ਲੈਂਦੇ ਆ ਜਾਂ ਇਹਨਾਂ ਨੂੰ ਮਾਰਨਾ ਸ਼ੁਰੂ ਕਰਦੇ ਆ, ਤਾਂ ਫਿਰ ਕੁਝ ਹੱਦ ਤੱਕ ਆਪਾਂ ਨਰਮੇ ਦੇ ਉੱਤੇ ਜਿਹੜਾ ਇਹਦਾ ਕੰਟਰੋਲ ਕੁਝ ਹੱਦ ਤੱਕ ਕਰ ਸਕਦੇ ਹਾਂ।
ਬਈ ਜੇ ਆਪਾਂ ਛਟੀਆਂ ਵਿੱਚ ਵਾਹੁੰਦੇ ਤਾਂ ਕਣਕ ਨੂੰ ਤਾਂ ਨਹੀਂ ਨੁਕਸਾਨ ਕਰੂਗੀ ਇਹ ਸੁੰਡੀ? ਨਹੀਂ, ਕੋਈ ਨੁਕਸਾਨ ਨਹੀਂ ਕਰੂਗੀ ਜੀ ਕਣਕ ਨੂੰ ਜ਼ਿਆਦਾ, ਕਿਉਂਕਿ ਇਹ ਠੰਡ ਦੇ ਵਿੱਚ ਸੁਸਤ ਨੀਂਦ ਅਵਸਥਾ ਵਿੱਚ ਚਲੀ ਜਾਂਦੀ ਹੈ। ਇਹ ਅੱਗੇ ਜਾ ਕੇ ਆਪਣੀ ਸਟੇਜ ਨੂੰ ਇਹਨੂੰ ਸਰਕੂਲਰ ਰੈਗੂਲੇਟ ਕਰਨਾ ਹੁੰਦਾ ਹੈ। ਜਿਹੜੀ ਗਰਮੀ ਦੇ ਵਿੱਚ ਨਾ ਹੀ ਤਾਂ ਇਹਦੇ ਪਤੰਗੇ, ਸਰਦੀ ਦੇ ਵਿੱਚ ਨਾ ਹੀ ਤਾਂ ਇਹਦੇ ਪਤੰਗੇ ਆਂਡੇ ਦਿੰਦੇ ਆ, ਤੇ ਨਾ ਹੀ ਇਹ ਜ਼ਿਆਦਾ ਗਰੋਥ ਕਰਦੀ ਹੈ। ਜਿਹੜੀ ਇਹਦੀ ਨੀਂਦ ਦੀ ਅਵਸਥਾ ਉਹ ਸਿਆਲਾਂ ਦੇ ਸਮੇਂ ਹੀ ਇਹ ਪਿਊਪਾ ਸਟੇਜ ਵਿੱਚ ਚਲੀ ਜਾਂਦੀ ਹੈ। ਕੋਈ ਜ਼ਿਆਦਾ ਮੇਜਰ ਅਟੈਕ ਹਜੇ ਤੱਕ ਨਹੀਂ ਦੇਖਿਆ ਗਿਆ ਕਿ ਕਣਕ ਦੇ ਵਿੱਚ ਇਹਦਾ ਅਟੈਕ ਹੋਇਆ ਹੋਵੇ। ਫਿਰ ਵੀ ਆਪਾਂ ਨੂੰ ਇੱਕ ਪਹਿਲ ਦੇ ਆਧਾਰ ਤੇ ਆਪਦੀ ਸੇਫਟੀ ਦੇ ਲਈ ਹੀ ਕਣਕ ਦੇ ਬੀਜ ਨੂੰ ਸੋਧ ਕੇ ਬੀਜਣਾ ਚਾਹੀਦਾ, ਭਾਵੇਂ ਮੈਟਾਰਾਈਜ਼ਮ ਐਨੀਸੋਪਲੀ ਹੋਵੇ ਜਾਂ ਮਹਿਕਮੇ ਕਨੀਓ ਕਲੋਰੋਪੈਰੀਫਾਸ ਜਿਹੜੀ ਆ ਉਹ ਕਣਕ ਦੇ ਬੀਜ ਨੂੰ ਰਿਕਮੈਂਡ ਕੀਤੀ ਜਾਂਦੀ ਹੈ। 4 ml ਪ੍ਰਤੀ ਕਿਲੋਗ੍ਰਾਮ ਕਣਕ ਨੂੰ ਆਪਾਂ ਲਾਉਣਾ, ਜਿੰਨਾ ਕੁ ਬੀਜ ਆ ਉਹਨੂੰ 4 ਨਾਲ ਗੁਣਾ ਕਰ ਲਓ, ਉਨੀ ਕੁ ਕਲੋਰੋ ਲਾ ਦਿਓ ਕਿ ਉਗਰਨ ਤੋਂ ਬਾਅਦ ਹੀ ਬੂਟੇ ਨੂੰ ਕੋਈ ਜਿਹੜੀ ਸੁੰਡੀ ਐਕਟਿਵ ਹੈਗੀ ਉਹ ਨਾ ਖਾਵੇ, ਕਿਉਂਕਿ ਖੇਤਾਂ ਵਿੱਚ ਖਾਣ ਨੂੰ ਕੁਝ ਨਹੀਂ ਹੈਗਾ। ਪਰ ਗੁਲਾਬੀ ਸੁੰਡੀ ਹੈ ਜਿਹੜੀ ਉਹ ਕਣਕ ਦੇ ਉੱਤੇ ਹਮਲਾ ਨਹੀਂ ਕਰੇਗੀ, ਉਹ ਆਪਦੀ ਨੀਂਦ ਅਵਸਥਾ ਵਿੱਚ ਚਲੀ ਜਾਵੇਗੀ। ਜਦੋਂ ਹੀ ਗਰਮੀ ਵਧਣੀ ਸ਼ੁਰੂ ਹੋਵੇਗੀ ਉਦੋਂ ਉਹ ਨਰਮੇ ਦੀ ਫਸਲ ਨੂੰ ਲੱਭਣਾ ਸ਼ੁਰੂ ਕਰੇਗੀ, ਉਹਦੇ ਜਿਹੜੇ ਭਮੱਕੜ ਬਣਨਗੇ ਉਹਨਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਆ। ਕਿਸਾਨ ਵੀਰ ਹੋਰਾਂ ਨੇ ਦੱਸਿਆ ਵੀ ਛਟੀਆਂ ਦੀ ਵਹਾਈ ਆਪਾਂ ਵਾਹੁਣ ਦੇ ਵਿੱਚ ਕਰ ਸਕਦੇ ਹਾਂ। ਜੇਕਰ ਆਪਾਂ 2 ਤੋਂ ਵੱਧ ਬੀਜ ਰਲਾ ਕੇ ਬੀਜਦੇ ਹਾਂ ਤਾਂ ਆਪਾਂ ਨੂੰ ਵਧੀਆ ਕਣਕ ਦੇ ਝਾੜ ਜਿਹੜੇ ਦੇਖਣ ਨੂੰ ਮਿਲਣਗੇ। ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਉਹ ਕਣਕ ਦੀ ਫਸਲ ਤੇ ਨਹੀਂ ਹੋਵੇਗਾ। ਵੀਰ ਹੋਰਾਂ ਨੇ ਇਹ ਗੱਲਾਂ ਦਾ ਸਪਸ਼ਟੀਕਰਨ ਕੀਤਾ। ਦੋਸਤੋ, ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਦੋਸਤੋ।